ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਫਰਵਰੀ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਤੇ ਡੀਜੀ ISPR ਸਾਹਿਬ ਦੇ ਬਾਰੇ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਹੈ ਵੀ ਆਖਿਰਕਾਰ ਬਾਜੀ ਮਰੀਮ ਜਿਹੜੀ ਉਹ ਇਮਰਾਨ ਖਾਨ ਬਣ ਗਈ। ਹਾਂਜੀ, ਬਣੀ ਭਾਵੇਂ ਫਿਲਮ ਦੇ ਵਿੱਚ ਹੀ ਹੈ, ਮਸ਼ਹੂਰੀ 'ਚ ਹੀ ਹੈ, ਲੇਕਿਨ ਬਣ ਗਈ ਹੈ। ਬਾਜੀ ਮਰੀਮ ਨੂੰ ਬੜੀ ਦੇਰ ਦੀ ਇਹ ਇੱਕ ਰੀਝ ਸੀ, ਖੁਆਇਸ਼ ਸੀ ਵੀ ਉਹ ਛੇਤੀ ਛੇਤੀ ਇਮਰਾਨ ਖਾਨ ਬਣ ਜਾਏ ਤੇ ਦਿਨ ਰਾਤ ਕੋਸ਼ਿਸ਼ ਕਰਦੀ ਰਹਿੰਦੀ ਸੀ। ਅੱਛਾ, ਇਹ ਕੰਮ ਬਾਜੀ ਤੋਂ ਹੀ ਨਹੀਂ ਸ਼ੁਰੂ ਹੋਇਆ, ਇਹ ਬਾਜੀ ਦੇ ਅੱਬਾ ਜੀ ਵੀ ਇਮਰਾਨ ਖਾਨ ਬਣਨਾ ਚਾਹੁੰਦੇ ਸੀ। ਲੋ ਤੁਸੀਂ ਆਂਦੇ ਹੋਵੋਗੇ ਵੀ ਐਵੇਂ ਮੈਂ ਤੁਹਾਡੇ ਨਾਲ ਮਖੌਲ ਕਰਨ ਡਿਆ। ਇਹ ਵਾਕਿਆ ਸਾਰੇ ਦਾ ਸਾਰਾ ਜਿਹੜਾ ਹਾਮਦ ਮੀਰ ਸਾਹਿਬ ਨੇ ਟੀਵੀ ਤੇ ਸੁਣਾਇਆ ਸੀ, ਖਾਨ ਸਾਹਿਬ ਨੇ ਵੀ ਸੁਣਾਇਆ ਕਈ ਵਾਰੀ। ਇੱਕ ਵਾਰੀ ਵੈਸਟ ਇੰਡੀਜ਼ ਦੀ ਟੀਮ ਇੱਥੇ ਆਈ ਸੀ ਤੇ ਉਸ ਵੇਲੇ ਵੈਸਟ ਇੰਡੀਜ਼ ਦੀ ਟੀਮ ਜਿਹੜੀ ਉਹ ਪੂਰੀ ਦੁਨੀਆ 'ਚ ਸਭ ਤੋਂ ਖਤਰਨਾਕ ਟੀਮ ਗਿਣੀ ਜਾਂਦੀ ਸੀ। ਖੰਭਿਆਂ ਜਿਹੜੇ ਬੰਦੇ ਸੀ, ਸਰੂ ਜਿਹੜਾ ਬੂਟਾ ਹੁੰਦਾ, ਉੜੇ ਉਹਨਾਂ ਦੇ ਬੰਦੇ ਸਨ ਜਿਹੜੇ ਗੇਂਦ ਕਰਾਉਂਦੇ ਸਨ। ਗੇਂਦ ਉਹਨਾਂ ਦੀ ਜਿਹੜੀ ਸੀ ਉਹ ਐਡੀ ਉੱਚੀ ਕਰਾਉਂਦੇ ਸਨ ਵੀ ਇੰਜ ਲੱਗਦਾ ਸੀ ਵੀ ਕਿਸੇ ਨੇ ਮਨਾਰੇ ਪਾਕਿਸਤਾਨ ਤੋਂ ਬਾਲ ਸੁੱਟੀ ਹੈ, ਕਿਉਂਕਿ ਬੰਦੇ ਜੋ ਐਡੇ ਉੱਚੇ ਲੰਮੇ ਸੀ ਤੇ ਉਹ ਜਿਹੜਾ ਉਹਨਾਂ ਦਾ ਹੱਥ ਹੈ ਉਹ ਹੀ ਬੰਦਾ ਲੱਭਦਾ ਵੀ ਕਿੱਥੋਂ ਉੱਤੋਂ ਗੇਂਦ ਆਉਣੀ ਹੈ। ਉੱਤੋਂ ਇਸ ਤਰ੍ਹਾਂ ਆਉਂਦੀ ਸੀ, ਅਸਮਾਨ ਤੋਂ ਜਿਵੇਂ ਔਲੇ ਆਉਂਦੇ ਨੇ ਨਾ, ਐਵੇਂ ਉਤਲੇ ਪਾਸਿਓਂ ਗੇਂਦ ਥੱਲੇ ਨੂੰ ਡਿੱਗਦੀ ਸੀ। ਸਪੀਡ ਵੀ ਉਹਦੀ ਕੋਈ ਬਾਹਲੀ ਹੁੰਦੀ ਸੀ ਤੇ ਉਹ ਕੰਨ ਦੇ ਲਾਗੋਂ ਐਂ ਲੰਘਦੀ ਸੀ ਵੀ ਜਿਵੇਂ 303 ਦੀ ਗੋਲੀ ਹੋਵੇ। ਤੇ ਖੈਰ, ਹੁਣ ਉਹ ਤੁਹਾਨੂੰ ਪਤਾ ਨਾ ਵੀ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਅੱਛਾ, ਇਹ ਜਿਹੜੇ ਪੰਜਾਬੀ ਮੁਹਾਵਰੇ ਨੇ ਨਾ, ਜਾਂ ਕਿਸੇ ਵੀ ਜ਼ੁਬਾਨ ਦੇ ਮੁਹਾਵਰੇ ਨੇ, ਇਹ ਅਸੀਂ ਸੋਚਦੇ ਵੀ ਐਵੇਂ ਹੀ ਕਿਸੇ ਨੇ ਵਿਹਲੇ ਬੈਗ ਬਣਾਏ ਨੇ। ਨਹੀਂ, ਇੰਜ ਨਹੀਂ ਹੈ, ਵਿਹਲੇ ਬੈਗ ਨਹੀਂ ਬਣਾਏ। ਇਹ ਆਂਦੇ ਨੇ ਸਿਆਣਿਆਂ ਦੀਆਂ ਗੱਲਾਂ, ਤੇ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਲੇਟ ਸਮਝ ਆਉਂਦੀ ਹੈ। ਇਹ ਜਿਹੜੀਆਂ ਗੱਲਾਂ ਸਿਆਣੇ ਕਰ ਗਏ ਨਾ, ਉਹ ਪੂਰੀ ਤੋਲ ਤਾਲ ਕੇ ਕਰ ਗਏ ਨੇ। ਹਾਂ, ਇਹ ਅਲੱਗ ਗੱਲ ਹੈ ਵੀ ਕਿਤੇ ਕਿਤੇ ਕੋਈ ਥੋੜ੍ਹੇ ਜਿਹੇ ਕਰਪਟ ਕਿਸਮ ਦੇ ਸਿਆਣੇ ਵੀ ਸੀ ਜਿਹੜੇ ਐਵੇਂ ਫਜ਼ੂਲ ਗੱਲਾਂ ਵੀ ਕਰ ਗਏ ਨੇ ਵਿੱਚ ਵਿੱਚ, ਲੇਕਿਨ ਜ਼ਿਆਦਾ ਜਿਹੜੇ ਅਸਲ ਸਿਆਣੇ ਸੀ ਉਹਨਾਂ ਨੇ ਗੱਲਾਂ ਜਿਹੜੀਆਂ ਨੇ ਬੜੀਆਂ ਸੋਚ ਕੇ, ਮਿਣ ਕੇ ਔਰ ਫਿਰ ਉਹਨਾਂ ਨੇ ਅਦਾ ਕੀਤੀਆਂ। ਅੱਛਾ, ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਕਿਉਂਕਿ ਕ੍ਰਿਕਟ ਦਾ ਪਤਾ ਹੀ ਨਹੀਂ, ਜਦੋਂ ਕਿਸੇ ਬੰਦੇ ਨੂੰ ਪਤਾ ਹੀ ਨਾ ਹੋਵੇ ਨਾ, ਮਸਲਨ ਮੈਂ ਮਿਸਾਲ ਦੇ ਦੇਣਾ, ਤੁਹਾਨੂੰ ਸਮਝ ਆਏਗੀ। ਹੁਣ ਅਗਰ ਕੋਈ ਵੀ ਮੁਲਕ ਹੈ ਦੁਨੀਆ ਦੇ ਵਿੱਚ, ਮਸਲਨ ਪਾਕਿਸਤਾਨ ਦੇ ਵਿੱਚ ਲੋਕੀ ਐਡਾ ਕੋਈ ਬਾਸਕਟਬਾਲ ਨਹੀਂ ਵੇਖਦੇ, ਅਮਰੀਕਾ ਦੇ ਵਿੱਚ ਬਾਸਕਟਬਾਲ ਤੇ ਲੋਕੀ ਮਰਦੇ ਨੇ, ਠੀਕ ਹੈ ਨਾ। NBA ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ, ਉਹਨਾਂ ਦੇ ਜਿਹੜੇ ਜਨਾਬ ਪਲੇਅਰ ਨੇ ਉਹਨਾਂ ਨੂੰ ਜਿਸ ਤਰ੍ਹਾਂ ਲੋਕ ਪੂਜਦੇ ਨੇ, ਤੁਸੀਂ ਸੋਚ ਨਹੀਂ ਸਕਦੇ। ਕ੍ਰਿਕਟ ਦੇ ਲੋਕਾਂ ਨੂੰ ਅਸੀਂ ਤਾਂ ਕੁਝ ਵੀ ਨਹੀਂ ਪੂਜਦੇ, ਜਾਂ ਹਿੰਦੁਸਤਾਨ ਕੁਝ ਵੀ ਨਹੀਂ ਪੂਜਦਾ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ NBA ਦੇ ਜਿਹੜੇ ਸਟਾਰਸ ਨੇ ਉਹਨਾਂ ਨੂੰ ਪੂਜਿਆ ਜਾਂਦਾ। ਹੁਣ ਸੋਚੋ ਵੀ ਜਿਹੜਾ NBA ਦਾ ਕੋਈ ਬੜਾ ਤਗੜਾ ਸਟਾਰ ਹੋਵੇ, ਬਹੁਤ ਤਗੜਾ, ਮਾਈਕਲ ਜਾਰਡਨ ਆਖ ਲਓ, ਕੋਈ ਵੀ ਆਖ ਲਓ, ਉਹ ਉੱਥੇ ਫਿਰਨ ਡਿਆ ਹੋਵੇ ਚੀਚਾਵਤਨੀ ਹੈ, ਜਾਂ ਸਿੱਬੀ ਫਿਰਨ ਡਿਆ ਹੋਵੇ, ਜਾਂ ਸੁਆਬੀ, ਚਲੋ ਜਿਹੜਾ ਤਾਂ ਪਾੜੂ ਮੁੰਡਾ ਹੈ, ਜਿਹੜਾ ਤਾਂ ਥੋੜ੍ਹਾ ਜਿਹਾ ਪਾੜੂ ਹੈ, ਬਾਹਰ ਦੇ ਮਾਮਲਾਤ ਨੂੰ ਸਮਝਦਾ ਹੈ ਕੋਈ ਇੱਕ ਅੱਧਾ, ਉਹਨੂੰ ਤਾਂ ਸ਼ਾਇਦ ਪਤਾ ਹੋਵੇ, ਜਿਹਦਾ ਇੰਟਰਸਟ ਹੋਵੇ। ਜਿਹੜੇ ਮੇਰੇ ਵਰਗੇ ਨੇ ਕਦੇ ਬਾਸਕਟਬਾਲ ਵੇਖੀ ਨਹੀਂ, ਉਹਨੂੰ ਆਖੇ ਵੀ ਇੱਕ ਮਾਈਕਲ ਜਾਰਡਨ ਹੈ, ਉਹਨੇ ਆਖਣਾ ਵੀ ਕੀ ਉੱਥੇ ਵੈਲਡਿੰਗ ਕਰਦਾ ਹੈ ਮੁੰਡਾ, ਕਿਉਂਕਿ ਹੈ ਵੀ ਬਾਹਲਾ ਲੰਮਾ, ਜੁੱਸਾ ਵੀ ਠੀਕ ਹੈ, ਤੇ ਲੱਗਦਾ ਕਿਤੇ ਕੋਈ ਗੇਟ ਸ਼ੇਟ ਗਰਿੱਲਾਂ ਵੈਲਡਿੰਗ ਕਰਦਾ ਹੋਣਾ, ਵੀ ਹੱਥ ਵੀ ਬਾਲੇ ਲੰਮੇ ਨੇ ਅੜੇ ਦੇ, ਤੇ ਇਹ ਲੱਗਦਾ ਵੀ ਉੱਥੇ ਕੋਈ ਲੋਹੇ ਦੀਆਂ ਗਰਿੱਲਾਂ ਵੈਲਡਿੰਗ ਕਰਕੇ ਜਨਾਜ਼ਗਾਹਾਂ ਨੂੰ, ਜਾਂ ਉੱਥੇ ਮੇਰਾ ਮਤਲਬ ਵੱਡੇ ਵੱਡੇ ਪਾਰਕਾਂ ਦੇ ਆਲੇ ਦੁਆਲੇ ਲਾਉਂਦਾ ਹੋਣਾ, ਜਿਹੋ ਜਿਹਾ ਮੁੰਡਾ ਹੈ। ਤੇ ਹੁਣ ਉਹਨਾਂ ਨੂੰ ਕੀ ਪਤਾ ਕਿ NBA ਕੀ ਹੈ ਤੇ ਬਾਸਕਟਬਾਲ ਦੀ ਉੱਥੇ ਟੀਮ ਦੀ। ਅੱਛਾ, ਜੇ ਉਹ ਜ਼ਿਆਦਾ ਦੱਸੇਗਾ ਵੀ ਮੈਂ ਬਈ ਅਮਰੀਕਾ ਦੇ ਵਿੱਚ ਬੜਾ ਵੱਡਾ ਬਾਸਕਟਬਾਲ ਦਾ ਪਲੇਅਰ ਹੈ, ਤਾਂ ਮੈਨੂੰ ਦੱਸੋ ਵੀ ਪਾਕਿਸਤਾਨ ਵਾਲੇ ਸਮਝਣਗੇ ਵੀ ਇਹ ਬੰਦਾ ਕੌਣ ਹੈ, ਮਤਲਬ ਉਹਦੀ ਕੋਈ ਸਮਝ ਆਏਗੀ ਵੀ ਇਹ ਕਿੱਡਾ ਕਾਹਮ ਹੈ। ਉਹਦੀ ਵਜ੍ਹਾ ਵੀ ਆਪਾਂ ਉਹ ਗੇਮ ਹੀ ਨਹੀਂ ਦੇਖਦੇ, ਆਪਾਂ ਨੂੰ ਪਤਾ ਹੀ ਨਹੀਂ ਵੀ ਉਹ ਗੱਲ ਕੀ ਹੈ, ਕੀ ਬਾਤ ਹੈ। ਹਾਂ, ਸਾਨੂੰ ਕੋਈ ਬੰਦਾ ਇਹ ਦੱਸੇ ਵੀ ਹਸਨ ਸਰਦਾਰ ਸਾਹਿਬ ਬੈਠੇ ਨੇ ਹਾਕੀ ਵਾਲੇ, ਬੰਦੇ ਉੱਠ ਕੇ ਖੜੇ ਹੋ ਜਾਣਗੇ ਵੀ ਬਈ ਕਿਆ ਬੜੇ ਪਲੇਅਰ ਸਨ, ਔਰ ਸੇ ਵੀ ਤੁਹਾਨੂੰ ਪਤਾ ਸ਼ਾਨਦਾਰ ਪਲੇਅਰ ਸਨ ਉਹ, ਜਾਂ ਸਮੀਉੱਲਾ ਜਾਂ ਕਲੀਮੁੱਲਾ, ਜਾਂ ਕੋਈ ਮਤਲਬ ਯਾਤਾ ਪਹਿਲਵਾਨ ਹੈ ਕਬੱਡੀ ਦਾ, ਜਾਂ ਕੋਈ ਮੇਰਾ ਮਤਲਬ ਸਾਡੀ ਕ੍ਰਿਕਟ ਦੇ ਬੜੇ ਸਟਾਰ ਨੇ, ਤੁਹਾਨੂੰ ਪਤਾ ਹੈ। ਤੇ ਹੁਣ ਇੱਕ ਗੱਲ ਦਾ ਸਾਨੂੰ ਪਤਾ ਜੋ ਨਹੀਂ, ਤੇ ਅਸੀਂ ਉਹਦਾ ਇਹਤਰਾਮ ਕੀ ਕਰਨਾ ਜਾਂ ਉਹਦੀ ਗੱਲ ਕੀ ਕਰਨੀ, ਸਾਨੂੰ ਉਹਦਾ ਪਤਾ ਹੀ ਕੋਈ ਨਹੀਂ। ਤੇ ਇੰਝ ਹੀ ਹੈ ਨਾ, ਜਿਵੇਂ ਚੰਦ ਤੋਂ ਜਿਹੜੇ ਪੱਥਰ ਆਏ ਨੇ ਉਹ ਕਿਸੇ ਬੰਦੇ ਨੂੰ ਦੇ ਦੇ ਤੇ ਉਹਨੂੰ ਦੱਸੇ ਵੀ ਇਹ ਮੇਰਾ ਮਤਲਬ ਹੈ ਬੜਾ ਕੀਮਤੀ ਪੱਥਰ ਹੈ, ਉਹਨੂੰ ਜਦੋਂ ਉਹਦਾ ਪਤਾ ਹੀ ਨਹੀਂ ਤਾਂ ਕੀ ਉਹਦਾ ਮੁੱਲ ਆਏਗਾ, ਜਦੋਂ ਤੱਕ ਉਹਨੂੰ ਇਹ ਨਾ ਦੱਸੋ ਵੀ ਇਹ ਚੰਦ ਤੋਂ ਹੈ, ਉੱਥੋਂ ਇਸ ਤਰ੍ਹਾਂ ਆਇਆ ਹੈ, ਇਹਦਾ ਇਹ ਮੁੱਲ ਹੈ, ਇਹਦੀ ਇਹ ਗੱਲ ਹੈ। ਹੁਣ ਜਿਹੜੇ ਚੀਫ ਮਿਨਿਸਟਰ ਸਾਹਿਬ ਸਾਨੂੰ ਉਹਨਾਂ ਆਖਿਆ ਜੀ ਮੈਂ ਮੈਚ ਦੇ ਵਿੱਚ ਓਪਨਿੰਗ ਕਰਨ ਜਾਣਾ, ਤੇ ਨਵਾਜ਼ ਸ਼ਰੀਫ ਸਾਹਿਬ ਜਨਾਬ ਬਗੈਰ ਹੈਲਮਟ ਤੋਂ ਨਾ ਉਹ ਜਾ ਪੜੇ। ਉਹਨਾਂ ਨੇ ਬਹਰਹਾਲ, ਮੈਂ ਕਿਉਂਕਿ ਬੀਬੀਆਂ ਭੈਣਾਂ ਦੇਖਦੀਆਂ ਨੇ ਬੜੀਆਂ ਸਾਰੀਆਂ ਇਹ ਸਾਡਾ ਵੀਲਾਗ, ਤੇ ਇਸ ਲਈ ਮੈਂ ਬਸ ਇੰਨੀ ਗੱਲ ਦੱਸਦਾ ਵੀ ਬਗੈਰ ਹੈਲਮਟ ਪਾਇਆ ਉਹ ਜਨਾਬ ਪਹੁੰਚ ਗਏ। ਉਹ ਇਮਰਾਨ ਖਾਨ ਸਾਹਿਬ ਨੇ ਜਿਸ ਵੇਲੇ ਵੇਖਿਆ ਵੀ ਇਹ ਕੌਣ ਆਉਣ ਡਿਆ, ਉਹਨਾਂ ਨੇ ਚੀਫ ਮਿਨਿਸਟਰ ਸੀ, ਉਹਨੇ ਖੁਆਇਸ਼ ਦਾ ਇਜ਼ਹਾਰ ਕੀਤਾ ਵੀ 2 ਬਾਲਾਂ ਮੈਨੂੰ ਵੀ ਖੇਡ ਲੈਣ ਦਿਓ। ਤੇ ਉਹ ਇੰਝ ਹੀ ਹੈ, ਮੈਂ ਤੁਹਾਨੂੰ ਕਿਸੇ ਦਿਨ ਪੂਰੀ ਦਾਸਤਾਨ ਸੁਣਾਵਾਂਗਾ ਵੀ ਜਦੋਂ ਨਵੇਂ ਚੀਫ ਮਿਨਿਸਟਰ ਬਣੇ ਬੁਜ਼ਾਰ ਸਾਹਿਬ, ਤੇ ਇੱਕ ਦਿਨ ਅਸੀਂ ਇਸਲਾਮਾਬਾਦ ਜਾ ਰਹੇ ਸੀ ਤੇ ਬੁਜ਼ਾਰ ਸਾਹਿਬ ਨੇ ਮੈਨੂੰ ਕਿਹਾ ਵੀ ਯਾਰ ਇਹਨਾਂ ਨੂੰ ਪੁੱਛ ਜਹਾਜ਼ ਥੋੜ੍ਹਾ ਜਿਹਾ ਮੈਂ ਵੀ ਨਾ ਚਲਾ ਲਾਂ। ਚਲੋ ਕਿਸੇ ਵੇਲੇ ਫੇਰ ਉਹਦੇ 'ਤੇ ਗੱਲ ਕਰਾਂਗੇ। ਉਹ ਬੜਾ ਔਖਾ ਡੱਕਿਆ ਮੈਂ, ਕਿਤੇ ਮੇਰਾ ਮਤਲਬ ਉੱਥੇ ਬਹੁਤੀ ਜ਼ਿੱਦ ਕਰ ਜਾਂਦੇ ਸੀ ਵੀ ਅਸੀਂ ਉੱਤੇ
ਬਹੁਤ ਉੱਤੇ ਸੀ ਹਵਾ ਦੇ ਵਿੱਚ, ਔਰ ਉਹ ਚੀਫ ਮਿਨਿਸਟਰ ਸਾਨੂੰ ਆਉਂਦੇ ਵੀ ਮੈਂ ਸਾਂਭਣਾ ਆਇਆ ਕੁਰਸੀ ਨੂੰ, ਤੇ ਫਿਰ ਸੋਚੋ ਕੀ ਬਣਦਾ। ਬਹਰਹਾਲ ਚਲੋ ਖੈਰ ਇੱਕ ਅਲੱਗ ਗੱਲ ਹੈ, ਉਹ ਔਖਾ ਕੰਮ ਸੀ ਮੇਰਾ। ਉਹ ਮੈਨੂੰ ਇੱਕ ਵਾਰੀ ਇੱਕ ਮੇਰਾ ਕੁਲੀਗ ਸੀ, ਉਹਨੇ ਮੈਨੂੰ ਕਿਹਾ ਕਿ ਹੈ ਤੇ ਤੂੰ ਜਹੰਨਮੀ ਸੇ, ਲੇਕਿਨ ਹੁਣ ਸ਼ਾਇਦ ਤੂੰ ਦੋਜ਼ਖ ਚਲੇ ਜਾਏ। ਮੈਂ ਕਿਹਾ ਕਿਉਂ? ਉਹਨਾਂ ਕਿਹਾ ਜਿਹੜਾ ਬੁਜ਼ਾਰ ਸਾਹਿਬ ਦੇ ਨਾਲ ਤੂੰ ਟਾਈਮ ਕੱਟਿਆ, ਉਹ ਜ਼ਾਹਿਰ ਹੈ ਤੇਰੇ ਕਈ ਸਾਰੇ ਗੁਨਾਹ ਹੋ ਸਕਦਾ, ਰੱਬ ਨੇ ਜਾਂ ਚੜਾਤੇ ਹੋਣ ਤੇਰੇ ਤੇ ਜਾਂ ਬਖਸ਼ ਦਿੱਤੇ ਹੋਣ, ਇਹ ਤਾਂ ਹੁਣ ਰੱਬ ਨੂੰ ਹੀ ਪਤਾ ਹੈ। ਬਹਰਹਾਲ ਮੁਖਤਸਰ ਗੱਲ ਵਾਪਸ ਆਨੇ ਜੀ, ਨਵਾਜ਼ ਸ਼ਰੀਫ ਸਾਹਿਬ ਜਾ ਆਪਣੇ ਇਮਰਾਨ ਖਾਨ ਸਾਹਿਬ ਨੇ ਜਿਸ ਵੇਲੇ ਵੇਖਿਆ ਕਿ ਯਾਰ ਇਹ ਪਾਗਲ ਹੋ ਗਿਆ ਬੰਦਾ, ਇਹਨੂੰ ਕੀ ਮਸਲਾ। ਖੈਰ ਉਹ ਆ ਕੇ ਖੜੇ ਹੋ ਗਏ, ਹੈਲਮਟ ਵੀ ਕੋਈ ਨਾ ਪਾਇਆ। ਸੋਚੋ ਉਹਨਾਂ ਬੋਲਰਾਂ ਦੇ ਸਾਹਮਣੇ ਉਹਨਾਂ ਨੇ ਜਿਸ ਵੇਲੇ ਪਹਿਲੀ ਗੇਂਦ ਸੁੱਟੀ, ਓਪਨਰ ਆਏ ਭਾਈ ਹੋਣੀ, ਪਹਿਲੀ ਗੇਂਦ ਸੁੱਟੀ ਤੇ ਪਹਿਲੀ ਕੰਨ ਦੇ ਐਸ ਪਾਸੇ ਉਹਦੀ ਲੰਘੀ, ਤੇ ਉਹ ਕਿਤੇ ਸੂਤਰ ਇੱਧਰ ਨੂੰ ਹੁੰਦੀ, ਤੇ ਮੇਰਾ ਮਤਲਬ ਹੈ ਕੋਈ ਪਾਵੇ ਸ਼ਾਵੇ ਸਵੇਰੇ ਖਾ ਕੇ ਆਏ ਹੋਣੇ ਨੇ, ਰਿਫਲੈਕਸਿਸ ਵੀ ਕੋਈ ਮੇਰਾ ਮਤਲਬ ਤੇਜ਼ ਥੋੜ੍ਹੀ ਹੋਣੇ ਨੇ ਵੀ ਇੰਜ ਕਰਕੇ ਬਚ ਜਾਣਗੇ। ਉਹ ਇੰਜ ਕਰਨ ਵਾਸਤੇ ਵੀ ਤੇ ਬੰਦੇ ਨੂੰ ਤੁਹਾਨੂੰ ਪਤਾ ਹੈ ਕਿ ਪੂਰੀ ਇੱਕ ਟ੍ਰੇਨਿੰਗ ਚਾਹੀਦੀ ਹੈ, ਤੇ ਉਹ ਮੇਰਾ ਮਤਲਬ ਪਟਾਕਾ ਹੀ ਪੈਣਾ ਸੀ ਜਿਸ ਵੇਲੇ ਗੇਂਦ ਵੱਜਣੀ ਸੀ। ਉਹ ਪਹਿਲੀ ਗੇਂਦ ਤੇ ਕੰਨ ਦੇ ਲਾਗੋਂ ਵੱਜੀ, ਦੂਸਰੀ ਆਂਡੇ ਦੇ ਬਿਲਕੁਲ ਲਾਗੋਂ ਦੀ ਲੰਘੀ। ਆਂਡੇ ਦਾ ਮੇਰਾ ਮਤਲਬ ਇੱਥੇ ਹੈ ਸਿਰ, ਕਿਉਂਕਿ ਤੁਹਾਨੂੰ ਪਤਾ ਵੀ ਵਾਲ ਨਹੀਂ ਸੀ ਉਸ ਵੇਲੇ, ਬਾਅਦ 'ਚ ਲਵਾ ਲਿਆ ਉਹਨਾਂ ਨੇ, ਹੁਣ ਤੇ ਮੇਰਾ ਮਤਲਬ ਹੈ ਕਿ ਉਹ ਠੀਕ ਹੋ ਗਿਆ ਉਹਨਾਂ ਦਾ ਹਿਸਾਬ ਕਿਤਾਬ ਸਾਰਾ। ਲੇਕਿਨ ਬਹਰਹਾਲ ਉਸ ਵੇਲੇ ਉਹਨਾਂ ਨੇ ਦੂਸਰੀ ਗੇਂਦ ਵੀ ਵੱਜਣ ਲੱਗੀ ਸੀ, ਤੇ ਤੀਸਰੀ ਗੇਂਦ ਉਹਨਾਂ ਦੀ ਕਿਸਮਤ ਚੰਗੀ ਕਿ ਉਹ ਮੇਰਾ ਖਿਆਲ ਬੋਲਡ ਹੋ ਗਿਆ ਉਹਦੇ ਤੇ, ਜਾਂ ਦੂਜੀ ਤੇ ਹੋ ਗਏ ਜਾਂ ਤੀਜੀ ਤੇ ਹੋ ਗਏ, ਮੈਨੂੰ ਯਾਦ ਨਹੀਂ, ਤੇ ਉਹ ਬਾਹਰ ਆ ਗਏ। ਵਰਨਾ ਸੋਚੋ ਵੀ ਬਗੈਰ ਹੈਲਮਟ ਤੋਂ। ਤੇ ਇਹ ਨਸਲ ਦਰ ਨਸਲ ਸ਼ੌਕ ਹੈ ਕ੍ਰਿਕਟਰ ਬਣਨ ਦਾ, ਇਹ ਕੋਈ ਨਵਾਂ ਨਹੀਂ ਹੈ। ਬਾਜੀ ਨੂੰ ਕੋਈ ਅੱਜ ਨਹੀਂ ਹੋਇਆ, ਪਰ ਬਾਜੀ ਨੇ ਇੱਕ ਇਸ਼ਤਿਹਾਰ ਬਣਵਾਇਆ ਜਨਾ, ਉਹ ਇਸ਼ਤਿਹਾਰ ਦੇ ਵਿੱਚ ਦਿਖਾਉਂਦੇ ਕੀ ਨੇ ਕਿ ਕ੍ਰਿਕਟ ਦਾ ਮੈਚ ਚੱਲਣ ਡਿਆ, ਕੁੜੀਆਂ ਦੀ ਕ੍ਰਿਕਟ ਹੈ ਪਹਿਲੀ ਗੱਲ ਤੇ। ਹੁਣ NGO ਦੇ ਕੋਲੋਂ ਬਾਹਰੋਂ ਪੈਸੇ ਵੀ ਤਾਂ ਲੈਣੇ ਨੇ ਨਾ, ਬਾਹਰ ਵਾਲਿਆਂ ਨੂੰ ਵੀ ਦੱਸਣਾ ਵੀ ਅਸੀਂ ਵੂਮਨ ਇੰਪਾਵਰਮੈਂਟ 'ਤੇ ਬੜਾ ਕੰਮ ਕਰ ਰਹੇ ਹਾਂ, ਸਮਝਦੇ ਹੋ ਨਾ। ਵੂਮਨ ਇੰਪਾਵਰਮੈਂਟ 'ਤੇ ਜਿਹੜਾ ਅਸੀਂ ਕੰਮ ਕੀਤਾ, ਜੋ ਅਸੀਂ ਆਲੀਆ ਹਮਜ਼ਾ ਨਾਲ, ਖਤੀਜਾ ਸ਼ਾਹ ਨਾਲ, ਦੂਜਿਆਂ ਨਾਲ ਕੀਤਾ, ਉਹ ਤੁਸੀਂ ਵੇਖ ਲਿਆ, ਲੇਕਿਨ ਅਸੀਂ ਵੂਮਨ ਇੰਪਾਵਰਮੈਂਟ 'ਤੇ ਬੜਾ ਕੰਮ ਕਰ ਰਹੇ ਹਾਂ। ਬਹਰਹਾਲ ਉਹ ਜਿਹੜੀ ਸੂਰਤ ਹਾਲ ਹੈ, ਉਹਦੇ ਉੱਤੇ ਇਹਨਾਂ ਨੇ ਬੁਨਿਆਦੀ ਤੌਰ 'ਤੇ ਉਹ ਇੱਕ ਕੁੜੀਆਂ ਦੇ ਕ੍ਰਿਕਟ ਮੈਚ ਦੀ ਪੂਰੀ ਫਿਲਮ ਬਣਾਈ। ਉਹਦੇ ਵਿੱਚ ਵਿਖਾਇਆ ਕਿ ਇੱਕ ਬੱਚੀ ਜਿਹੜੀ ਹੈ ਉਹ ਬੋਲਡ ਹੋ ਜਾਂਦੀ, ਕਲੀਨ ਬੋਲਡ ਹੋ ਜਾਂਦੀ। ਕਲੀਨ ਬੋਲਡ ਜਿਸ ਵੇਲੇ ਹੋ ਜਾਂਦੀ ਹੈ, ਤੇ ਉਹ ਜਿਹੜਾ ਕੋਚ ਬਾਹਰ ਹੈ ਨਾ, ਉਹ ਕੁੜੀ ਨੂੰ ਕਹਿੰਦਾ ਹੈ, ਦੂਸਰੀ ਜਿਹੜੀ ਪਲੇਅਰ ਹੈ, ਕਿ ਬਈ ਮੈਚ ਜਿੱਤਣਾ ਬੜਾ ਜ਼ਰੂਰੀ ਹੈ, ਤੇ ਚੱਲ ਜਾ ਕੇ ਕੈਪਟਨ ਨੂੰ ਘੱਲ, ਚੱਲ ਜਾ ਕੇ ਕੈਪਟਨ ਨੂੰ ਘੱਲ ਅੰਦਰ। ਉਹ ਜਾਂਦੀ ਹੈ ਤੇ ਉਹ ਕੈਪਟਨ ਨੂੰ ਕਹਿੰਦੀ ਵੀ ਚੱਲ ਨਹੀਂ, ਚੱਲ ਜਾ ਕੇ ਬੈਟਿੰਗ ਕਰ। ਉਹਨੇ ਇਸ ਤਰ੍ਹਾਂ ਤਾਂ ਨਹੀਂ ਆਖਿਆ, ਲੇਕਿਨ ਕੋਚ ਦਾ ਤਰੀਕਾ ਇਹ ਹੁੰਦਾ ਵੀ ਚੱਲ ਜਾ ਕੇ ਕੈਪਟਨ ਨੂੰ ਘੱਲ। ਤੇ ਉਹ ਕੈਪਟਨ ਜਿਹੜੀ ਉਹਦਾ ਨਾਮ ਮਰੀਮ ਹੁੰਦਾ, ਤੇ ਉਹ ਜਨਾਬ ਪਿੱਚ 'ਤੇ ਆਉਂਦੀ ਹੈ, ਮਾਰਦੀ ਹੈ ਪਹਿਲੀ ਸ਼ਾਟ, ਤੇ ਬਾਰਡਰ ਤੋਂ ਬਾਹਰ, ਬਾਰਡਰ ਕਹਿਤਾ ਮੈਂ, ਸੌਰੀ ਮਾਜ਼ਰਤ ਅੱਜ ਕੱਲ੍ਹ, ਕਿਉਂਕਿ ਉਹ DGSPR ਸਾਹਿਬ, ਆਰਮੀ ਚੀਫ ਸਾਹਿਬ ਦੀ ਗੱਲ ਹੋਣ ਡਈ, ਹਰ ਸ਼ਾਇਦ ਬਾਰਡਰ 'ਤੇ ਹੀ ਆ ਜਾਂਦੀ। ਬਾਰਡਰ ਮਤਲਬ ਬਾਉਂਡਰੀ ਤੋਂ ਬਾਹਰ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸ਼ਰੀਫ ਖਾਨਦਾਨ ਦਾ ਤੇ ਵੈਸੇ ਹੀ ਸਾਰਾ ਕੁਝ ਬਾਉਂਡਰੀ ਤੋਂ ਬਾਹਰ ਹੈ। ਕਤਰੀ ਖਤ ਵੀ ਬਾਉਂਡਰੀ ਤੋਂ ਬਾਹਰ, ਉਹਨਾਂ ਦੇ ਜਨਾਬੇ ਵਾਲਾ ਜਿਹੜੇ ਮੇਰੀ ਲੰਦਨ ਤੱਕ ਹੀ ਪਾਕਿਸਤਾਨ 'ਚ ਪ੍ਰਾਪਰਟੀ ਨਹੀਂ, ਹਸਨ ਹੁਸੈਨ, ਹਰ ਸ਼ਾਹੀ ਬਾਹਰ ਹੈ, ਬਾਰਡਰ ਤੋਂ ਬਾਹਰ ਹੈ, ਉਹਨਾਂ ਦੀ ਆਪਣੀ ਬਾਉਂਡਰੀ ਤੋਂ ਬਾਹਰ ਹੈ। ਉਹਨਾਂ ਦੇ ਸਾਰੇ ਲੰਦਨ ਦੇ ਫਲੈਟ ਵੀ ਆਪਣਾ ਬਾਉਂਡਰੀ ਤੋਂ ਬਾਹਰ, ਉਹਨਾਂ ਦੀਆਂ ਸਰਜਰੀਆਂ ਵੀ ਬਾਉਂਡਰੀ ਤੋਂ ਬਾਹਰ, ਉਹਨਾਂ ਦੇ ਪਲੇਟਲੈਟਸ ਵੀ ਬਾਹਰ, ਉਹ ਪੂਰਾ ਟੱਬਰ ਹੀ ਬਾਉਂਡਰੀ ਤੋਂ ਬਾਹਰ ਹੈ। ਤੁਹਾਨੂੰ ਪਤਾ ਉਹਦੇ ਸਿਰਫ ਜਿਸ ਵੇਲੇ ਉਹ ਵਾਰੀ ਲੈਣ ਵਾਸਤੇ ਅੰਦਰ ਆਉਂਦੇ ਨੇ, ਉਸ ਤੋਂ ਬਾਅਦ ਤੇ ਉਹ ਬਾਉਂਡਰੀ ਤੋਂ ਬਾਹਰ, ਤੋਂ ਪਹਿਲੀ ਸ਼ਾਟ ਹੀ ਬਾਉਂਡਰੀ ਤੋਂ ਬਾਹਰ। ਲੇਕਿਨ ਉਹ ਜਾ ਕੇ ਜਿੱਥੇ ਡਿੱਗੀ ਨਾ, ਉਹ ਡਿੱਗਦੀ ਹੈ ਕਿ ਕਿੱਲੇ ਤੇ। ਕਿੱਲੇ ਦਾ ਮਤਲਬ ਹੈ ਏਕੜ ਖੇਤ, ਸਮਝਦੇ ਹੋ ਨਾ, ਪੈਲੀ। ਉਹ ਜਾ ਕੇ ਪੈਲੀ 'ਚ ਡਿੱਗਦੀ ਹੈ। ਪੈਲੀ ਮਤਲਬ ਜ਼ਿਮੀਦਾਰ ਦੀ, ਬਿਲਕੁਲ ਉਹੀ ਜ਼ਿਮੀਦਾਰ ਜਿਨ੍ਹਾਂ ਨੂੰ ਬਾਜੀ ਨੇ ਮਾਫੀਆ ਆਖਿਆ ਸੀ, ਤੇ ਉਹਨਾਂ ਕੋਲੋਂ ਕਣਕ ਨਹੀਂ ਸੀ ਲਈ। ਜੀ ਬਿਲਕੁਲ ਦਰੁਸਤ ਕਹਿ ਰਹੇ ਹੋ। ਇਹ ਪਹਿਲੀ ਗੇਂਦ ਉੱਥੇ ਜਾ ਕੇ ਡਿੱਗੀ, ਜਿਨ੍ਹਾਂ ਨੂੰ ਮਾਫੀਆ ਕਿਹਾ ਸੀ ਅਸੀਂ, ਤੇ ਉਹਨਾਂ ਕੋਲੋਂ ਕਣਕ ਨਹੀਂ ਸੀ ਲਈ। ਉਸ ਤੋਂ ਬਾਅਦ ਉਹਨਾਂ ਦੀ ਕਣਕ ਕੱਖੋਂ ਕਾਰ ਹੋਈ, ਤੇ ਤੁਹਾਡੇ ਸਾਹਮਣੇ ਉਹ ਕੱਖਾਂ ਦੇ ਵਿੱਚ ਰੁਲ ਗਏ ਉਹ ਜ਼ਿਮੀਦਾਰ, ਤੇ ਨਾਲ ਉਹਨਾਂ ਦੇ ਬੱਚੇ ਵੀ। ਇਸ ਵਾਰੀ ਉਹਨਾਂ ਡਰਦਿਆਂ ਕਣਕ ਨਹੀਂ ਲਾਈ, ਤੇ ਫਿਰ ਅਸਿਸਟੈਂਟ ਕਮਿਸ਼ਨਰ ਤੇ ਪੁਲਿਸ ਦੇ SHO ਦਬਕੇ ਮਾਰ ਕਣਕ ਭਿਜਵਾਉਣ ਡਏ ਸਨ, ਤੇ ਇਸ ਵਾਰੀ ਕਣਕ ਦੀ ਜਿਹੜੀ ਫਸਲ ਘੱਟ ਹੋਈ ਹੈ, ਹੁਣ ਵੇਖਦੇ ਉਹਦੇ ਨਾਲ ਕੀ ਬਣਦਾ, ਉੱਥੇ ਡਿੱਗੀ। ਦੂਜੀ ਗੇਂਦ ਜਿਹੜੀ ਹੈ ਉਹ ਜਾ ਕੇ ਡਿੱਗੀ ਜੀ ਮਰੀਜ਼ਾਂ ਦੇ ਕੋਲ। ਹਾਂਜੀ, ਕਿਹੜੇ ਮਰੀਜ਼ਾਂ ਦੇ ਕੋਲ? ਉਹਨਾਂ ਮਰੀਜ਼ਾਂ ਦੇ ਕੋਲ ਜਿਨ੍ਹਾਂ ਨੂੰ ਬਾਜੀ ਅੱਜ ਕੱਲ੍ਹ ਪੈਨਾਡੋਲ ਵਗੈਰਾ ਦੀ ਗੋਲੀ ਦੇ ਦਿੰਦੀ ਹੈ, ਲੇਕਿਨ ਉਹਨਾਂ ਕੋਲੋਂ ਹੈਲਥ ਕਾਰਡ ਖੋਲਿਆ 10 ਲੱਖ ਰੁਪਈਏ ਦਾ ਸਾਲਾਨਾ ਇਲਾਜ ਫੀ ਫਰਦ ਕੋਲੋਂ ਖੋਹ ਕੇ, ਤੇ ਉਹਨਾਂ ਨੂੰ ਪੈਨਾਡੋਲ ਦੀ ਗੋਲੀ ਦਿੱਤੀ ਹੈ। ਦੂਜੀ ਗੇਂਦ ਹੁੰਦੀ ਹੈ ਉੱਥੇ ਡਿੱਗੀ ਹੈ। ਆਂਦੇ ਨਾ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਹੁਣ ਤੁਸੀਂ ਆਪ ਹਿਸਾਬ ਲਾਉਣਾ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਤੁਸੀਂ ਇਹ ਹਿਸਾਬ ਲਾਉਣਾ ਵੀ ਇਹਨਾਂ ਦੇ ਅੱਬਾ ਜੀ ਜਿਹੜਾ ਹੈਲਮਟ ਪਾਉਣ ਤੋਂ ਬਗੈਰ ਆਪਣੇ ਸਾਰੇ, ਮੇਰਾ ਮਤਲਬ ਹੈ ਕਿ ਨਾਜ਼ੁਕ ਅਜ਼ਾ ਹੁੰਦੇ ਨੇ ਸਾਰੇ, ਤੁਹਾਨੂੰ ਪਤਾ ਹੈ, ਅੱਖ ਹੁੰਦੀ ਹੈ, ਨੱਕ ਹੁੰਦਾ ਹੈ, ਸਾਰੇ ਨਾਜ਼ੁਕ ਅਜ਼ਾ ਜਿਹੜੇ ਨੇ, ਮੇਰਾ ਮਤਲਬ ਕੰਨ ਸ਼ਨ ਨੇ, ਸਿਰ ਹੈ, ਉਹਦੀ ਹਿਫਾਜ਼ਤ ਕਰਨ ਤੋਂ ਬਗੈਰ ਹੀ ਵੈਸਟ ਇੰਡੀਜ਼ ਦੇ ਸਾਹਮਣੇ ਜਾ ਖਲੋਤੇ ਸਨ। ਉਹ ਵੱਡੀ ਬੇਵਕੂਫੀ ਸੀ। ਦੈਟ ਵਾਜ਼ ਦਾ ਬਿਗਰ ਸਟੂਪਿਡਿਟੀ। ਜਾਂ ਇਹ ਜਿਹੜੀ ਬਾਜੀ ਮਰੀਮ ਨੇ ਜਾਂ ਉਹਨਾਂ ਦੀ ਟੀਮ ਨੇ ਕੀਤੀ ਹੈ, ਗੇਂਦਾਂ ਜਾ ਕੇ ਉੱਥੇ ਡਿੱਗ ਰਹੀਆਂ ਨੇ, ਜਿਨ੍ਹਾਂ ਨੂੰ ਲੁੱਟਿਆ, ਜਿਨ੍ਹਾਂ ਨੂੰ ਮਾਫੀਆ ਆਖਿਆ, ਜਿਨ੍ਹਾਂ ਦਾ ਬੇੜਾ ਗਰਕ ਕੀਤਾ ਤਾਂ ਕਿ ਐਕਸਪੋਜ਼ ਹੋਵੇ, ਔਰ ਉਹ ਇਹ ਤੁਸੀਂ ਫੈਸਲਾ। ਲੇਕਿਨ ਇੱਥੇ ਨਹੀਂ ਕੰਮ ਰੁਕਣਾ, ਇਹ ਤੋਂ ਗਾਂਹ ਵੀ ਤੁਰਨਾ ਪੈਣਾ।
ਇਹਦੋਂ ਅੱਗੇ ਦੀ ਸੁਣ ਲਓ। ਇਹਦੋਂ ਅੱਗੇ ਦੀ ਇਹ ਹੈ ਕਿ ਕ੍ਰਿਕਟ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ, ਇੱਕ ਕਪਤਾਨ ਹੀ ਬੈਟਿੰਗ ਆਰਡਰ ਜਿਹੜਾ ਹੈ ਉਹ, ਹਾਂ ਇਹ ਜ਼ਰੂਰ ਹੈ ਜਦੋਂ ਟੀਮ ਸਿਲੈਕਟ ਹੁੰਦੀ ਉਦੋਂ ਕੋਚ ਨਾਲ ਗੱਲਬਾਤ ਹੁੰਦੀ ਹੈ, ਔਰ ਕੋਚ ਨਾਲ ਕਈ ਵਾਰੀ ਬੈਟਿੰਗ ਆਰਡਰ ਦੀ ਵੀ ਡਿਸਕਸ਼ਨ ਹੋ ਜਾਂਦੀ ਹੈ। ਲੇਕਿਨ ਜਿਸ ਵੇਲੇ ਮੈਚ ਸ਼ੁਰੂ ਹੋ ਜਾਂਦਾ ਉਸ ਵੇਲੇ ਕਪਤਾਨ ਦਾ ਦਿਲ ਕਰੇ ਤਾਂ ਕੋਚ ਨੂੰ ਪੁੱਛ ਲੈ, ਦਿਲ ਨਾ ਕਰੇ ਤੇ ਕਪਤਾਨ ਦੀ ਗੱਲ ਹੀ ਚੱਲਦੀ ਹੈ। ਪਰ ਹੁਣ ਬਾਜੀ ਵਿਚਾਰੀ ਜਿਹੜੀ ਹੈ ਉਹਨੇ ਤਾਂ ਕਦੇ ਕਪਤਾਨ ਦੀ ਤਾਂ ਸੁਣੀ ਨਹੀਂ ਬਾਜੀ ਨੇ ਤਾਂ ਕੋਚ ਦੀ ਸੁਣੀ ਹੈ। ਤੁਹਾਨੂੰ ਪਤਾ ਬਾਜੀ ਕਪਤਾਨ ਦੀ ਸੁਣਦੀ ਹੀ ਨਹੀਂ। ਕਪਤਾਨ ਜੋ ਮਰਜ਼ੀ ਆਖਦਾ ਰਹੇ ਬਾਜੀ ਨਹੀਂ ਸੁਣਦੀ ਨਾ। ਕਪਤਾਨ ਬੇਸ਼ੱਕ ਆਖੇ ਵੀ ਮੈਂ ਆਪਣੀ ਜਾਨ ਦੇ ਦੇਣੀ ਹੈ, ਕਪਤਾਨ ਬੇਸ਼ੱਕ ਸਾਫਾ ਲਾ ਕੇ ਸੁੱਟਦਾ ਹੈ, ਬੇਸ਼ੱਕ ਰੱਖ ਲੈ, ਕਪਤਾਨ ਦੀ ਨਹੀਂ ਸੁਣਨੀ ਬਾਜੀ ਨੇ। ਬਾਜੀ ਨੇ ਸੁਣਨੀ ਹੈ ਤੇ ਜਾ ਕੇ ਸੁਣਨੀ ਹੈ ਕੋਚ ਦੀ, ਕਿਉਂਕਿ ਕੋਚ ਹੀ ਹੈ ਭਾਈ ਜਿਹੜਾ 17 ਸੀਟਾਂ ਦੇ ਉੱਤੇ ਹਕੂਮਤ ਦੇ ਦਿੰਦਾ। ਕੋਚ ਹੀ ਹੈ ਨਾ ਜਿਹੜਾ ਐਡੇ ਨਲਾਇਕ ਬੰਦੇ ਨੂੰ ਚੁੱਕ ਕੇ ਤੇ ਸੂਬੇ ਦੇ ਵਿੱਚ ਆਪਣਾ ਇੱਕ ਸੂਬਾ ਦੇ ਦੇ ਤੇ ਉੱਤੇ ਚਾਚੇ ਨੂੰ ਉੱਤੇ ਦੇ ਦੇ। ਇਸ ਲਈ ਬਾਜੀ ਨੂੰ ਲੱਗਦਾ ਵੀ ਗੱਲ ਕੋਚ ਦੀ ਸੁਣਨੀ ਹੈ। ਤੁਹਾਨੂੰ ਯਾਦ ਹੈ ਨਾ ਬਾਜੀ ਨੇ ਕਿਹਾ ਸੀ ਕਿ ਮੁਝੇ ਉਹ ਰਾਸਤਾ ਆਤਾ ਹੈ, ਉਸ ਰਾਸਤੇ में हाथ जोड़ने पड़ते हैं, पाँव पकड़ने पड़ते हैं। ਬਾਜੀ ਨੇ ਅਗਲੀ ਗੱਲ ਨਹੀਂ ਸੀ ਦੱਸੀ ਵੀ ਹੋਰ ਕੀ ਕੁਛ ਕਰਨਾ ਪੈਂਦਾ, ਸਿਰਫ ਬਾਜੀ ਨੇ ਹੱਥ ਜੋੜਨ ਤੇ ਪੈਰ ਫੜਨ ਦਾ ਇਹ ਨਹੀਂ ਦੱਸਿਆ ਵੀ ਅਸਲ ਦੇ ਵਿੱਚ ਬੂਟ ਪਾਲਿਸ਼ ਕਰਨੇ ਪੈਂਦੇ ਨੇ। ਆਹੋ ਅਸਲ ਗੱਲ ਬਾਜੀ ਨੇ ਸਾਰੀ ਗੱਲ ਦੱਸਦੀ ਨਾ ਵੀ ਕੀ ਕੁਛ ਕਰਨਾ ਪੈਂਦਾ, ਤੇ ਗੱਲ ਜਿਹੜੀ ਹੈ ਉਹ ਲੋਕਾਂ ਨੂੰ ਉਦੋਂ ਹੀ ਸਮਝ ਆ ਜਾਂਦੀ ਵੀ ਇਹ ਤਾਂ ਸ਼ਬਾਜ਼ ਸ਼ਰੀਫ ਸਾਹਿਬ ਵਾਲਾ ਹੀ ਕੰਮ ਹੈ ਸਾਰਾ ਜਿਹੜਾ ਉਹ ਕਰਦੇ ਨੇ। ਬਾਜੀ ਨੇ ਅਸਲ ਕੰਮ ਨਹੀਂ ਦੱਸਿਆ ਵੀ ਅਸਲ ਦੇ ਵਿੱਚ ਬੂਟ ਪਾਲਿਸ਼ ਕਰਨੇ ਪੈਂਦੇ ਨੇ। ਅੱਛਾ ਹੁਣ ਬਾਜੀ ਨੂੰ ਉਹੀ ਆਦਤ ਪਈ ਕੋਚ ਵਾਲੀ, ਉਹ ਬਾਜੀ ਨੂੰ ਕੋਈ ਪੁੱਛੇ, ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਇਮਰਾਨ ਖਾਨ ਸਾਹਿਬ ਕਪਤਾਨ ਰਹੇ ਨੇ, ਕਿਸੇ ਦੀ ਜ਼ਰੂਰਤ ਥੋੜੀ ਆ ਕੇ ਚੱਲ ਵੀ ਕਪਤਾਨ ਹੋਣ, ਉਹ ਜਾਵੇ ਉਹਨੂੰ ਘੱਲ ਅੰਦਰ। ਕਪਤਾਨ ਆਪ ਫੈਸਲਾ ਕਰਦਾ ਕਿੰਨੇ ਬੈਟਿੰਗ ਆਰਡਰ ਤੇ ਜਾਣਾ ਜਾਂ ਉਹਨੇ ਕਿਸ ਵੇਲੇ ਜਾਣਾ, ਉਹਦੀ ਕਿਸ ਵੇਲੇ ਲੋੜ ਹੈ। ਪਰ ਇੱਥੇ ਬਾਜੀ ਨੂੰ ਕਿਉਂਕਿ ਆਦਤ ਪਈ ਹਰ ਸ਼ੈ ਕੋਚ ਦੇ ਕਹਿਣ ਤੇ ਬਾਜੀ ਨੇ ਆਖਿਆ ਵੀ ਜਿਵੇਂ ਤੋਂ ਬਾਜੀ ਦੀ ਵਿਚਾਰੀ ਉਹ ਕਹੀ। ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਜਿਹੜਾ ਬੰਦਾ ਮਾੜਾ ਹੁੰਦਾ ਹੈ ਨਾ, ਜਿਹੜਾ ਬੰਦਾ ਮਾੜਾ ਹੁੰਦਾ ਹੈ ਉਹ ਤੁਸੀਂ ਕਦੀ ਗੌਰ ਕੀਤਾ ਵੀ ਜਿਹੜੇ ਤੁਸੀਂ ਖਾਬ ਵੇਖਦੇ ਹੋ ਉਹ ਆਪਣੀ ਜ਼ੁਬਾਨ 'ਚ ਵੇਖਦੇ ਹੋ। ਤੁਸੀਂ ਭਾਵੇਂ ਇੰਗਲੈਂਡ ਰਵੋ, ਤੁਸੀਂ ਭਾਵੇਂ ਵਲਾਇਤ ਮਤਲਬ ਇੰਗਲੈਂਡ ਵਲਾਇਤ ਰਵੋ, ਭਾਵੇਂ ਜਰਮਨੀ ਰਵੋ ਤੇ ਭਾਵੇਂ ਜਰਮਨ ਜ਼ੁਬਾਨ ਬੋਲੋ, ਤੇ ਭਾਵੇਂ ਇਟਾਲੀਅਨ ਬੋਲੋ, ਤੇ ਭਾਵੇਂ ਆਪਣਾ ਮੇਰਾ ਮਤਲਬ ਹੈ ਕਿ ਬਸ਼ੀਰ ਬਸਾਲ ਸਾਹਿਬ ਤਰ੍ਹਾਂ ਫਰ ਇਟਾਲੀਅਨ ਜ਼ੁਬਾਨ ਬੋਲੋ, ਤੇ ਭਾਵੇਂ ਅਮਰੀਕਾ 'ਚ ਅੰਗਰੇਜ਼ੀ ਬੋਲੋ। ਤੁਸੀਂ ਜਿਹੜਾ ਹੈ ਜਨਾਬੇ ਵਾਲਾ ਕਦੀ ਵੀ ਇਹ ਮੁਮਕਿਨ ਨਹੀਂ ਹੈਗਾ ਕਿ ਤੁਸੀਂ ਆਪਣੇ ਖਾਬ ਜਿਹੜੇ ਨੇ ਉਹ ਉੱਥੋਂ ਦੀ ਜ਼ੁਬਾਨ 'ਚ ਵੇਖੋ। ਖਾਬ ਆਪਣੀ ਮਾਂ ਬੋਲੀ 'ਚ ਹੀ ਵੇਖਦਾ ਬੰਦਾ, ਜਿਹੜੀ ਉਹਦੀ ਜ਼ੁਬਾਨ ਹੁੰਦੀ ਹੈ। ਅਤੇ ਇਸੇ ਤਰੀਕੇ ਨਾਲ ਇਹ ਤਾਂ ਹੋ ਗਈ ਗੱਲ ਜਿਹੜੀ ਇੱਕ ਸੱਚੀ। ਪਰ ਇੱਕ ਹੋਰ ਗੱਲ ਵੀ ਹੈ, ਜਿਹੜੇ ਬੰਦੇ ਦੇ ਕਰਤੂਤ ਮਾੜੇ ਹੁੰਦੇ ਨੇ ਉਹਨੂੰ ਖਾਬ 'ਚ ਵੀ ਕੋਈ ਨਾ ਕੋਈ ਗਾਲਾਂ ਹੀ ਕੱਢਣ ਡਿਆ ਹੁੰਦਾ ਉਹ ਜਿਹੜਾ ਖਾਬ ਦੇ ਵਿੱਚ ਵੀ ਬਾਦਸ਼ਾਹ ਅਕਬਰ ਨਹੀਂ ਹੁੰਦਾ, ਉਹਦੇ ਖਾਬ ਦੇ ਵਿੱਚ ਵੀ ਕੋਈ ਨਾ ਕੋਈ ਉਹਨੂੰ ਲਿੱਤਰ ਪੌਲਾ ਹੀ ਕਰਨ ਡਿਆ ਹੁੰਦਾ। ਅਤੇ ਇਹ ਜ਼ਰਾ ਬਾਜੀ ਦੀ ਵਿਚਾਰੀ ਦੀ ਹਾਲਤ ਵੇਖ ਲਓ ਕਿ ਬਾਜੀ ਦੀ ਜਿਹੜੀ ਕ੍ਰੀਏਟਿਵਿਟੀ ਹੈ ਨਾ ਉਹਦੇ ਵਿੱਚ ਵੀ ਕੋਚ ਹੀ ਸਾਰਾ ਕੁਛ ਹੈ, ਅਤੇ ਕੋਚ ਦੇ ਕਹਿਣ 'ਤੇ ਬਾਜੀ ਕਰਨ ਡਈ ਹੈ, ਅਤੇ ਕੋਚ ਹੀ ਬਾਜੀ ਨੂੰ ਕਹਿੰਦਾ ਵੀ ਹੁਣ ਜਾ ਚਲੀ ਜਾ ਅਤੇ ਹੁਣ ਆ ਜਾ, ਅਤੇ ਬਾਜੀ ਉਹਦੀਆਂ ਗੱਲਾਂ ਮੰਨਦੀ ਹੈ। ਬਹਰਹਾਲ ਅੱਗੇ ਤੁਰਨੇ ਜੀ, ਇਹ ਗੱਲ ਤਾਂ ਜਿਹੜੀ ਹੋ ਗਈ ਹੈ। ਹੁਣ ਇਹ ਤਾਂ ਇੱਕ ਭੈੜੀ ਜੀ ਮਸ਼ਹੂਰੀ ਸੀ ਬਾਜੀ ਨੇ ਜਿਹੜੀ ਬਣਾਈ, ਉਹ ਤੁਹਾਨੂੰ ਦੱਸਿਆ। ਵਜ਼ੀਰ ਆਲਾ ਪੰਜਾਬ ਦੇ ਖਿਲਾਫ ਮਨਫੀ ਪ੍ਰੋਪੇਗੈਂਡਾ ਦੇ ਤਹਿਤ ਪੀਕਾ ਐਕਟ ਦੇ ਤਹਿਤ ਇੱਕ ਮੁਕੱਦਮਾ ਹੋਰ ਦਰਜ ਲਾਹੌਰ 'ਚ ਕਰ ਲਿਆ। 3 ਪਹਿਲੇ ਕੀਤੇ ਨੇ, ਉਹ 3 ਮੁਕੱਦਮਿਆਂ 'ਚ ਬੰਦੇ ਫੜ ਕੇ ਅੰਦਰ ਦਿੱਤੇ ਨੇ, ਹੁਣ ਚੌਥਾ ਵੀ ਮੁਕੱਦਮਾ ਦਰਜ ਕਰ ਲਿਆ। ਬਣਾ ਦਿਓ ਬਿਲਕੁਲ ਬਣਾ ਦਿਓ। ਇਹ ਜਿਹੜੀ ਮਰੀਮ ਨਵਾਜ਼ ਸ਼ਰੀਫ ਸਾਹਿਬਾਂ ਨਾ, ਇਹਨਾਂ ਨੂੰ ਇੰਨੀ ਕੁ ਮੁਕੱਦਸ ਗਾਏ ਬਣਾ ਦਿਓ, ਇੰਨੀ ਕੁ ਮੁਕੱਦਸ ਗਾਏ ਬਣਾ ਦਿਓ ਕਿ ਕੋਈ ਇਹਨਾਂ ਦੀ ਕੋਈ ਤਸਵੀਰ ਨਾ ਸ਼ੇਅਰ ਕਰ ਪਵੇ, ਕੋਈ ਇਹਨਾਂ 'ਤੇ ਤਨਕੀਦ ਨਾ ਕਰ ਪਵੇ। ਉਹ ਜਰਨਲਿਸਟ ਜਿਹਨੇ ਦੱਸਿਆ ਸੀ ਵੀ ਕਰਪਸ਼ਨ ਹੋਈ ਆ, ਇਹ ਸੜਕ ਜਿਹਦਾ ਰੰਗ ਲੱਥਿਆ, ਅਤੇ ਉਹਨੂੰ ਚੁੱਕ ਕੇ ਪਤਾ ਨਹੀਂ ਕਿੰਨੇ ਦਿਨ ਗਾਇਬ ਰੱਖਿਆ, ਅਤੇ ਹੁਣ ਪਹਿਲੀ ਬਾਰਿਸ਼ ਪਈ ਹੈ ਅਤੇ ਉਸ ਸੜਕ ਦਾ ਰੰਗ ਲੱਥ ਗਿਆ। ਹੁਣ ਕਿਹੜਾ ਪੁੱਛੇਗਾ ਇਹਨਾਂ ਦੇ ਕੋਲੋਂ ਵੀ ਅਸਲ ਦੇ ਵਿੱਚ ਹਕੀਕਤ ਕੀ ਸੀ? ਬਹਰਹਾਲ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਲਮਜ਼ ਦੇ ਵਿੱਚ ਜੋ ਕੁਝ ਹੋਇਆ DGSPR ਨਾਲ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਉੱਥੇ ਗਏ ਸਨ, ਅਤੇ ਉੱਥੇ ਸਟੂਡੈਂਟਾਂ ਨੇ ਬੜਾ ਇhtਜਾਜ ਕੀਤਾ। ਉਹਨਾਂ ਨੇ ਜਨਾਬ ਇੱਕ ਵਾਰੀ ਹਰ ਸ਼ੈ ਭੰਨ ਕੇ ਰੱਖ ਦਿੱਤੀ। ਲੇਕਿਨ ਹੁਣ ਉੱਥੋਂ ਦੇ ਪ੍ਰੋਫੈਸਰ ਵੀ ਬਾਹਰ ਆ ਗਏ ਨੇ। ਨਿਦਾ ਕਿਰਮਾਨੀ ਸਾਹਿਬਾ ਉੱਥੋਂ ਦੀਆਂ ਪ੍ਰੋਫੈਸਰ ਨੇ, ਉਹਨਾਂ ਨੇ ਕਿਹਾ ਕਿ ਜੀ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਟੂਡੈਂਟ ਨਿਕਲੇ ਨੇ, ਕਿਉਂਕਿ ਯੂਨੀਵਰਸਿਟੀਆਂ ਫੌਜ ਲਈ ਨਹੀਂ ਹੈਗੀਆਂ, ਯੂਨੀਵਰਸਿਟੀਆਂ ਸਟੂਡੈਂਟਾਂ ਵਾਸਤੇ ਨੇ, ਅਤੇ ਇੱਥੇ ਜਿਹੜਾ ਕੰਮ ਹੈ ਨਾ ਉਹ ਹੀ ਹੋਣਾ ਚਾਹੀਦਾ, ਮਤਲਬ ਪੜ੍ਹਾਈ ਲਿਖਾਈ ਹੋਣੀ ਚਾਹੀਦੀ। ਬਹਰਹਾਲ DGSPR ਸਾਹਿਬ ਨਾਲ ਬੜੀ ਮਾੜੀ ਹੋਈ ਹੈ। ਉੱਥੇ ਗਏ ਨੇ ਤੁਸੀਂ ਸਟੂਡੈਂਟਾਂ ਨੇ ਬੜੀ ਮੇਰਾ ਮਤਲਬ ਫੰਡ ਕੱਢ ਕੇ ਰੱਖ ਦਿੱਤੀ ਹੈ। ਵੈਸੇ ਸੋਚਣ ਨਾ ਹੀ ਜਾਇਆ ਕਰਨੇ ਇਸ ਪਾਸੇ ਨੂੰ, ਸਟੂਡੈਂਟਾਂ ਨੂੰ ਚੰਗਾ ਭਲਾ ਬੰਦਾ ਉਹਨਾਂ ਦੇ ਲਾਗੇ ਨਹੀਂ ਜਾਂਦਾ, ਪਰ DG ਸਾਹਿਬ ਸਾਰੇ ਕੰਮ ਕਰਕੇ ਸਾਰੀਆਂ ਕਾਰਵਾਈਆਂ ਕਰਕੇ ਫਿਰ ਵੀ ਉੱਥੇ ਜਾਂਦੇ ਨੇ। ਵੈਸੇ ਹੈ ਹੌਸਲਾ, ਮੈਂ ਇਹ ਗੱਲ ਮੰਨਦਾ ਕਿ DG ਸਾਹਿਬ ਦਾ ਹੌਸਲਾ ਹੈ। ਅੱਛਾ ਜੀ, ਅੱਗੋਂ ਫੌਜ ਸਾਨੂੰ 2/3 ਅਕਸਰੀਅਤ ਦਿਲਾਏਗੀ। ਇਹ ਜਨਾਬ ਮਹਿਮੂਦ ਖਾਨ ਅਚਕਜ਼ਈ ਨੇ ਆਖਿਆ ਵੀ ਜਿਹੜਾ ਹਵਾਲਦਾਰ ਹੈ ਨਾ ਉਹਨਾਂ ਨੇ ਸਪੀਕਰ ਯਾਦ ਸਾਦਕ ਸਾਹਿਬ ਨੂੰ ਹਵਾਲਦਾਰ ਆਖਿਆ। ਉਹਨਾਂ ਕਿਹਾ ਜਿਹੜਾ ਇੰਡੀਅਨ ਪੰਜਾਬ ਵਾਲੇ ਨਾ ਆਪਣੇ ਚੜ੍ਹਦੇ ਪੰਜਾਬ ਵਾਲੇ, ਉਹ ਹਵਾਲਦਾਰ ਨੂੰ ਹੌਲਦਾਰ ਕਹਿੰਦੇ ਨੇ। ਇਹ ਮੈਨੂੰ ਨਹੀਂ ਪਤਾ ਕਿਉਂ ਕਹਿੰਦੇ ਨੇ, ਤੇ ਤਹਿਕੀਕ ਕਰਾਂਗੇ, ਲੇਕਿਨ ਉਹ ਹਵਾਲਦਾਰ ਨਹੀਂ ਕਹਿੰਦੇ, ਹੌਲਦਾਰ ਕਹਿੰਦੇ ਨੇ।
ਤੇ ਇਹ ਜਿਹੜਾ ਹੌਲਦਾਰ ਸਪੀਕਰ ਅਯਾਜ਼ ਸਾਦਕ ਸਾਹਿਬ ਨੇ ਨਾ, ਉਹਨਾਂ ਨੇ ਕਿਹਾ, ਮੈਂ ਨਹੀਂ ਕਹਿ ਰਿਹਾ, ਇਹ ਮਹਿਮੂਦ ਖਾਨ ਅਚਕਜ਼ਈ ਨੇ ਕਿਹਾ ਵੀ ਇਹ ਹੌਲਦਾਰ ਸਪੀਕਰ ਅਯਾਜ਼ ਸਾਦਕ ਸਾਹਿਬ ਕੋਲੋਂ ਪੁੱਛ ਲਓ ਵੀ ਇਲੈਕਸ਼ਨ ਤੋਂ ਪਹਿਲਾਂ ਇਹ ਕੋਇਟਾ ਆਏ ਸਨ ਤੇ ਨੂਨ ਲੀਗ ਦੀ ਇੱਕ ਅਹਿਮ ਸ਼ਖਸੀਅਤ ਨੂੰ ਇਹਨਾਂ ਨੇ ਪੈਗਾਮ ਦਿੱਤਾ ਸੀ ਵੀ ਸਾਡੀ ਗੱਲ ਹੋ ਗਈ ਹੈ, ਸਾਨੂੰ 2/3 ਅਕਸਰੀਅਤ ਫੌਜ ਦਵਾਏਗੀ। ਇਹ ਮਹਿਮੂਦ ਖਾਨ ਅਚਕਜ਼ਈ ਸਾਹਿਬ ਕਹਿ ਰਹੇ ਨੇ। ਮੁਹੰਮਦ ਜ਼ੁਬੈਰ ਸਾਹਿਬ ਕੀ ਕਹਿੰਦੇ ਨੇ, ਜਿਹੜੇ ਨੂਨ ਲੀਗ ਦੇ ਔਰ ਮਰੀਮ ਸਾਹਿਬਾ ਦੇ ਔਰ ਨਵਾਜ਼ ਸ਼ਰੀਫ ਦੇ ਸਾਬਕ ਤਰਜਮਾਨ ਨੇ, ਉਹ ਕਹਿੰਦੇ ਨੇ ਕਿ 8 ਫਰਵਰੀ ਦੀ ਰਾਤ 10 ਵਜੇ ਤੱਕ ਹਰ ਚੈਨਲ ਤੇ ਪੀਟੀਆਈ ਜਿੱਤ ਰਹੀ ਸੀ, ਫਿਰ ਨਤੀਜੇ ਰੋਕ ਲਏ ਤੇ ਫਿਰ ਤੁਹਾਡੇ ਸਾਹਮਣੇ ਲੁੱਟ ਲਿਆ। ਪਿੰਡੀ ਦਾ ਇਲੈਕਸ਼ਨ ਵੀ ਹਰ ਥਾਂ ਦਾ ਲੁੱਟ ਲਿਆ, ਫਿਰ ਨਤੀਜੇ ਬਦਲ ਦਿੱਤੇ। ਅੱਛਾ ਜੀ, ਜਿਹੜੇ ਪਟਨ ਇੱਕ ਤਨਜ਼ੀਮ ਹੈ ਸੌਰੀ ਜਿਹੜੀ ਇਲੈਕਸ਼ਨ ਦੀ ਧਾਂਦਲੀ ਦੇ ਉੱਤੇ ਰਿਪੋਰਟਸ ਜਾਰੀ ਕਰਦੀ, ਉਹਨਾਂ ਨੇ 8 ਫਰਵਰੀ ਦੇ ਇਲੈਕਸ਼ਨ ਦੀ ਧਾਂਦਲੀ ਤੇ ਸਾਰੇ ਸਬੂਤ ਔਰ ਰਿਪੋਰਟ ਜਾਰੀ ਕੀਤੀ। ਉਹਨਾਂ ਦੇ ਜਿਹੜੇ ਸਰਬਰਾਹ ਨੇ, ਸਰਵਰ ਬਾਰੀ ਸਾਹਿਬ, ਉਹਨਾਂ ਦੇ ਘਰ ਤੇ ਹੁਣ ਛਾਪੇ ਵੱਜ ਰਹੇ ਨੇ ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਹ ਸ਼ਰਮ ਦੀ। ਫਿਰ ਆਂਦੇ ਨੇ ਪਾਕਿਸਤਾਨ 'ਚ ਇਤਜਾਜ ਕਰੋ। ਹਾਂਜੀ, ਹੁਣੇ ਜਵੇਦ ਚੌਧਰੀ ਸਾਹਿਬ ਆਂਦੇ ਸਨ, ਫੈਸਲ ਚੌਧਰੀ ਸਾਹਿਬ ਇੱਕ ਪ੍ਰੋਗਰਾਮ 'ਚ ਉਹਨਾਂ ਦੇ ਅੱਗੇ ਬੈਠੇ ਸਨ ਵੀ ਤੁਸੀਂ ਬਾਹਰ ਕਿਉਂ ਇਤਜਾਜ ਕਰਦੇ ਹੋ, ਜਿਹੜਾ ਆਰਮੀ ਚੀਫ ਦੇ ਜਾਣ ਤੇ ਬਾਹਰ ਇਤਜਾਜ ਹੋਇਆ ਉੱਤੇ ਇਤਰਾਜ਼ ਕਰਦੇ ਸਨ, ਪਾਕਿਸਤਾਨ 'ਚ ਇਤਜਾਜ ਕਰੋ। ਇਹ ਹੁੰਦਾ ਜੇ ਪਾਕਿਸਤਾਨ ਦੇ ਵਿੱਚ ਜੇ ਕੋਈ ਰਿਪੋਰਟ ਜਾਰੀ ਕਰਦੇ ਉਹਨੂੰ ਚੁੱਕ ਲੈਂਦੇ ਜੇ। ਨਾਲੇ ਤੁਸੀਂ ਆਂਦੇ ਜੇ ਵੀ ਲੋਕੀ ਇੱਥੇ ਇਤਜਾਜ ਕਰਨ ਤਾਂ ਕਿ ਨਾ ਉਹਨਾਂ ਦੇ ਫਿਰ ਘਰ ਦੀਆਂ ਔਰਤਾਂ ਛੱਡੋ, ਨਾ ਘਰ ਛੱਡੋ, ਨਾ ਚਾਦਰ ਚਾਰ ਦੀਵਾਰੀ, ਨਾ ਬਿਜ਼ਨਸ, ਨਾ ਜ਼ਿਲ੍ਹੇ ਸ਼ਾਹ, ਨਾ ਮੇਰਾ ਮਤਲਬ ਫਿਰ ਕੋਈ ਸ਼ਾਇਦ ਛੱਡੋ ਨਾ ਤੁਸੀਂ ਉਹਨਾਂ ਦੀ। ਤੇ ਇਸ ਤੋਂ ਚਾਹੁੰਦੇ ਜੇ ਫਿਰ ਭਾਵੇਂ 26 ਨਵੰਬਰ ਕਰ ਦਿਓ ਤੇ ਭਾਵੇਂ 9 ਮਈ ਕਰ ਦਿਓ, ਇੱਥੇ ਕਿਹੜਾ ਇਤਜਾਜ ਕਰੇ। ਦੂਜਾ ਇਤਜਾਜ ਕਰਨ ਦੀ ਇਜਾਜ਼ਤ ਵੀ ਨਹੀਂ ਦਿੰਦੇ। ਬਹਰਹਾਲ ਸਰਵਰ ਬਾਰੀ ਸਾਹਿਬ ਤੇ ਇਹਨਾਂ ਨੇ ਜ਼ਮੀਨ ਤੰਗ ਕੀਤੀ ਹੈ। ਸਾਡੀ ਤਮਾਮ ਸਤਾਇਸ਼ ਉਹਨਾਂ ਲਈ, ਸਾਡੀ ਸਪੋਰਟ ਉਹਨਾਂ ਵਾਸਤੇ, ਤੇ ਇਸ ਕੰਮ ਦੀ ਅਸੀਂ ਭਰਪੂਰ ਮੁਜ਼ੰਮਤ ਕਰਦੇ ਹਾਂ ਜਿਹੜੀ ਸਫਦਰ ਆਪਣਾ ਜਿਹੜੀ ਸਰਵਰ ਬਾਰੀ ਸਾਹਿਬ ਨਾਲ ਕੀਤੀ ਜਾ ਰਹੀ ਹੈ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਅਹਿਮਦ ਫਰਾਦ ਸਾਹਿਬ ਸ਼ਾਇਰ ਨੇ, ਉਹਨਾਂ ਦਾ ਬਿਆਨ। ਉਹਨਾਂ ਨੇ ਆਖਿਆ ਹੈ ਕਿ ਬਹੁਤ ਜਲਦ ਸ਼ੇਰ ਅਫਜ਼ਲ ਮਰਵਤ ਦੀਆਂ ਸਾਰੀਆਂ ਤੋਪਾਂ ਦਾ ਰੁਖ ਇਮਰਾਨ ਖਾਨ ਦੀ ਜਾਨਬ ਹੋਏਗਾ। ਸ਼ੇਰ ਅਫਜ਼ਲ ਮਰਵਤ ਨੂੰ ਵੀ ਮਰੀਮ ਨਵਾਜ਼ ਜੈਸੀ ਬਿਮਾਰੀ ਲਾਹਕ ਹੈ। ਉਹ ਸਮਝਦੇ ਨੇ ਕਿ ਉਹ ਮਕਬੂਲ ਨੇ, ਉਹਨਾਂ ਦੀ ਗੱਲ ਸੁਣੀ ਜਾਏਗੀ, ਆਵਾਮ ਉਹਨਾਂ ਦੇ ਮਗਰ ਹੈ। ਸ਼ੇਰ ਅਫਜ਼ਲ ਮਰਵਤ ਆਪਣੇ ਹਲਕੇ ਤੋਂ ਕੌਂਸਲਰ ਦਾ ਇਲੈਕਸ਼ਨ ਨਹੀਂ ਲੜ ਸਕਦੇ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਮਰਾਨ ਖਾਨ ਦੀਆਂ ਵੋਟਾਂ ਤੋਂ ਬਗੈਰ ਇਸਤੇਮਾਲ ਕਰਨ ਵਾਲੇ ਮਰਵਤ ਸਾਹਿਬ ਨੂੰ ਬੇਦਰਦੀ ਔਰ ਬੁਰੀ ਤਰ੍ਹਾਂ ਇਸਤੇਮਾਲ ਕਰ ਰਹੇ ਨੇ, ਤੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਲਦੀ ਚਾਨਣ ਹੋ ਜਾਏਗਾ। ਉਧਰੋਂ ਦੂਸਰੇ ਪਾਸਿਓਂ ਸ਼ੇਰ ਅਫਜ਼ਲ ਮਰਵਤ ਨੇ ਕਿਹਾ ਕਿ ਮੈਨੂੰ ਜਿਹੜੇ ਗਾਲਾਂ ਕੱਢਣ ਵਾਲੇ ਨੇ ਉਹਨਾਂ 'ਚੋਂ ਇੱਕ ਵੀ ਪਸ਼ਤੂਨ ਨਹੀਂ ਹੈਗਾ। ਮਤਲਬ ਉਹ ਇਹ ਮੰਨਦੇ ਨੇ ਵੀ ਉਹਨਾਂ ਨੂੰ ਗਾਲਾਂ ਪੈ ਰਹੀਆਂ ਨੇ, ਲੇਕਿਨ ਆਂਦੇ ਨੇ ਵੀ ਇਹ ਮੈਨੂੰ ਕੋਈ ਹੋਰ ਗਾਲਾਂ ਕੱਢਦੇ ਨੇ, ਪਸ਼ਤੂਨ ਨੇ। ਪਸ਼ਤੂਨ ਕਾਰਡ ਖੇਲ ਦਿੱਤਾ, ਕੌਮੀਅਤ ਖੇਡ ਦਿੱਤੀ। ਇਸੇ ਕੰਮ ਲਈ ਉਹਨਾਂ ਨੂੰ ਲਿਆਇਆ ਗਿਆ ਸੀ ਕਿ ਪਾਰਟੀ 'ਚ ਡਿਵਾਈਡ ਪੈਦਾ ਕਰਨ। ਪਸ਼ਤੂਨ ਪੰਜਾਬੀ, ਪਸ਼ਤੂਨ ਸਿੰਧੀ, ਪਸ਼ਤੂਨ ਮਹਾਜਰ, ਪਸ਼ਤੂਨ ਜਿਹੜਾ ਹੈ ਨਾ ਜੀ ਉਹ ਬਲੋਚ, ਇਹਨਾਂ ਦੇ ਰੌਲੇ ਆਪਸ 'ਚ ਪਾਏ ਜਾਣ ਤਾਂ ਕਿ ਪਾਰਟੀ ਜਿਹੜੀ, ਕਿਉਂਕਿ ਇਮਰਾਨ ਖਾਨ ਹੈ ਨਾ ਪਾਕਿਸਤਾਨ ਦਾ, ਇਮਰਾਨ ਖਾਨ ਨੇ ਐਸੀ ਪਾਰਟੀ ਬਣਾਈ ਜਿਹਦੇ ਵਿੱਚ ਸਾਰੇ ਰੰਗ ਪਰੋਏ ਨੇ। ਇਮਰਾਨ ਖਾਨ ਦੀ ਕਿਸੇ ਪਾਰਟੀ ਦਾ ਕੋਈ ਬੰਦਾ ਸੁਬਾਈਅਤ ਦੀ ਗੱਲ ਨਹੀਂ ਕਰੇਗਾ, ਦੂਜੇ ਨੂੰ ਆਪਣੇ ਤੋਂ ਵੱਧ ਕੇ ਕਹੇਗਾ। ਮਸਲਾ ਸੀ ਸਾਡੀ ਕਾਬੀਨਾ ਦੇ ਵਿੱਚ ਜਿੰਨੇ ਵੀ ਪਠਾਨ ਸਨ ਜਾਂ ਬਲੋਚ ਸਨ ਜਾਂ ਉਰਦੂ ਸਪੀਕਿੰਗ ਸਨ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਤਾਂ, ਔਰ ਉਹ ਸਾਨੂੰ ਮੁਤਬਰ ਸਮਝਦੇ ਸਨ, ਅਸੀਂ ਉਹਨਾਂ ਨੂੰ ਮੁਤਬਰ ਸਮਝਦੇ ਸਨ। ਇਹੀ ਤੇ ਇਮਰਾਨ ਖਾਨ ਦੀ ਖੂਬਸੂਰਤੀ ਹੈ। ਤੇ ਬਹਰਹਾਲ ਹੁਣ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਪਸ਼ਤੂਨ ਹੀ ਗਾਲਾਂ ਨਹੀਂ ਕੱਢਦੇ, ਬਾਕੀ ਸਾਰੇ ਕੱਢਦੇ ਨੇ। ਇੱਕ ਤਾਂ ਪਸ਼ਤੂਨ ਕਾਰਡ ਖੇਡ ਦਿੱਤਾ, ਦੂਜਾ ਉਹਨਾਂ ਨੇ ਬੜਾ ਕਾਰਨਾਮਾ ਅੰਜਾਮ ਦਿੱਤਾ। ਉਹਨਾਂ ਕਿਹਾ ਜਿਹੜਾ ਇੱਜ਼ਤ ਔਰ ਨਿਕਾਹ ਦਾ ਕੇਸ ਬਣਿਆ ਸੀ ਨਾ, ਉਹ ਨਹੀਂ ਸੀ ਬਣਨਾ, ਉਹ ਨਹੀਂ ਸੀ ਬਣਨਾ ਅਗਰ ਉਹਨਾਂ ਨੇ ਕਿਹਾ ਕਿ ਅਗਰ ਕੁਝ ਲੋਕਾਂ ਦਾ, ਜਰਨੈਲਾਂ ਦਾ ਸ਼ਾਇਦ ਕੋਈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਐਕਟਰਸ ਦੇ ਨਾਲ ਅਫੇਅਰ ਬਣਾਉਣ ਦੀ ਕੋਸ਼ਿਸ਼ ਕੀਤੀ, ਅਗਰ ਉਹ ਨਾ ਬਣਾਇਆ ਜਾਂਦਾ ਤਾਂ ਇਹ ਨਹੀਂ ਸੀ ਬਣਨਾ। ਬੱਲੇ ਵੇ ਬੱਲੇ 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 ਬੱਲੇ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ। ਇਸ ਗੱਲ ਦਾ ਪਤਾ ਹੁੰਦਾ, ਇਮਰਾਨ ਖਾਨ ਨੂੰ ਵੀ ਨਹੀਂ ਪਤਾ ਇਸ ਗੱਲ ਦਾ। ਐਵੇਂ ਸਾਰੇ ਅਟੈਕ ਕਰਦੇ ਰਹੇ ਕਿ ਜੀ ਇੱਜ਼ਤ ਦਾ ਕੇਸ ਬਹੁਤ ਬੁਰਾ ਬਣਾਇਆ। ਇਹ ਤਾਂ ਫਿਰ ਅਸੀਂ ਆਪ ਹੀ ਕਸੂਰਵਾਰ ਹੋਏ ਨਾ, ਸ਼ੇਰ ਅਫਜ਼ਲ ਮਰਵਤ ਸਾਹਿਬ। ਕਸੂਰ ਤਾਂ ਫਿਰ ਸਾਡਾ ਹੀ ਹੋਇਆ ਕਿ ਸਾਡੇ ਤੇ ਕੇਸ ਬਣਿਆ। ਇਸੇ ਤਰ੍ਹਾਂ ਇਹਨਾਂ ਕੋਲੋਂ ਕੋਈ ਪੁੱਛੇਗਾ ਤੇ ਇਮਰਾਨ ਖਾਨ ਸਾਹਿਬ ਨੂੰ ਗੋਲੀਆਂ ਵੱਜਣ ਦੀ ਵਜ੍ਹਾ ਦੱਸ ਦੇਣਗੇ ਵੀ ਇਹ ਗਲਤੀ ਕੀਤੀ ਸੀ ਇਮਰਾਨ ਖਾਨ ਨੇ, ਇਸ ਤੋਂ ਗੋਲੀਆਂ ਵੱਜੀਆਂ ਨੇ। ਬਹਰਹਾਲ ਅੱਜ ਕੱਲ੍ਹ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪਏ ਨੇ। ਮੈਂ ਇਹੀ ਕਹਿ ਸਕਦਾ, ਨਾ ਤੁਰਦੇ ਤਾਂ ਬਿਹਤਰ ਸੀ, ਲੇਕਿਨ ਚਲੋ ਤੁਰ ਪਏ ਨੇ, ਚੰਗੀ ਗੱਲ ਹੈ। ਵੇਖ ਲਾਂਗੇ ਆਉਣ ਵਾਲੇ ਵਕਤ 'ਚ ਕੀ ਹੁੰਦਾ। ਬਹਰਹਾਲ ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।